ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਵੱਖ-ਵੱਖਰੇ ਐਲਾਨ ਜੋ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਕਿ ਕਮਰਸ਼ੀਅਲ ਪ੍ਰਾਪਰਟੀਆਂ ਤੇ ਰੈਂਟ ਨੂੰ ਲੈ ਕੇ ਜੋ ਮਦਦ ਦਿੱਤੀ ਜਾਣੀ ਹੈ, ਜਿਸ ਦੇ ਵਾਸਤੇ ਜਿਹੜੇ ਉਹਨਾਂ ਪ੍ਰਾਪਰਟੀਆਂ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਅਪਲਾਈ ਕੀਤਾ ਜਾਵੇਗਾ ਫੈਡਰਲ ਸਰਕਾਰ ਦੇ ਉਸ ਪ੍ਰੋਗਰਾਮ ਵਾਸਤੇ, ਜਿਸ ਦੇ ਵਿੱਚ ਉਹਨਾਂ ਨੂੰ 75% ਤੱਕ ਕਿਰਾਏ ਦੇ ਵਿੱਚ ਮਦਦ ਮਿਲੇਗੀ। ਪਰ ਵੱਡੀ ਗਿਣਤੀ ਦੇ ਵਿੱਚ ਅਜਿਹੇ ਲੈਂਡਲੋਰਡ ਵੀ ਹੈਗੇ ਨੇ ਜੋ ਇਸ ਦੇ ਲਈ ਅਪਲਾਈ ਨਹੀਂ ਕਰ ਰਹੇ ਤੇ ਉਸ ਦਾ ਨੁਕਸਾਨ ਉਸ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ ਜਿਹੜਾ ਕਿਰਾਏਦਾਰ ਹੈ ਉਹਨੂੰ ਹੋ ਰਿਹਾ ਹੈ, ਜਿਹੜਾ ਬਿਜ਼ਨਸ ਉਸ ਦੇ ਵਿੱਚ ਚੱਲ ਰਿਹਾ ਉਹਨੂੰ ਹੋ ਰਿਹਾ ਹੈ। ਤੇ ਇਸੇ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਅੱਜ ਖਾਸ ਐਲਾਨ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਦੇ ਇਸ ਪ੍ਰੋਗਰਾਮ ਦੇ ਵਾਸਤੇ ਜਿਹੜੇ ਵੀ ਲੈਂਡਲੋਰਡ ਯੋਗਤਾ ਰੱਖਦੇ ਨੇ ਪਰ ਫਿਰ ਵੀ ਉਹ ਅਪਲਾਈ ਨਹੀਂ ਕਰ ਰਹੇ, ਉਹਨਾਂ ਦੇ ਵਾਸਤੇ ਇੱਕ ਐਕਟ ਬਣਾ ਦਿੱਤਾ ਗਿਆ ਹੈ ਤੇ ਇਹ ਐਕਟ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਫੈਡਰਲ ਸਰਕਾਰ ਦੇ ਵੱਲੋਂ ਕਮਰਸ਼ੀਅਲ ਪ੍ਰਾਪਰਟੀਆਂ ਦੇ ਕਿਰਾਏ ਦੇ ਵਿੱਚ ਮਦਦ ਦਿੱਤੀ ਜਾ ਰਹੀ ਹੈ ਕਿ ਉਹ ਕਿਰਾਏਦਾਰਾਂ ਨੂੰ ਪ੍ਰਾਪਰਟੀ ਨੂੰ ਛੱਡ ਕੇ ਜਾਣ ਲਈ ਨਹੀਂ ਕਹਿ ਸਕਦੇ, ਐਵਿਕਸ਼ਨ ਨਹੀਂ ਕਰ ਸਕਦੇ ਤੇ ਇਸ ਦੇ ਨਾਲ ਹੀ ਨਾ ਹੀ ਜਿਹੜੇ ਉਹਨਾਂ ਦੇ ਉਸ ਪ੍ਰਾਪਰਟੀ ਦੇ ਵਿੱਚ ਸਮਾਨ ਪਿਆ ਹੋਵੇਗਾ ਉਸ ਦੇ ਉੱਤੇ ਆਪਣਾ ਕਬਜ਼ਾ ਜਮਾ ਸਕਦੇ ਨੇ। ਤੇ ਇਸ ਸੰਬੰਧੀ ਇਸ ਐਕਟ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਸ ਦੇ ਵਿੱਚੋਂ ਕਿਰਾਏਦਾਰਾਂ ਨੂੰ ਤੰਗ ਨਹੀਂ ਕਰ ਸਕਦੇ ਤੇ ਇਹ ਐਕਟ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਜਸਟਿਨ ਟਰੂਡੋ ਸਰਕਾਰ ਦੇ ਵੱਲੋਂ ਕਮਰਸ਼ੀਅਲ ਪ੍ਰਾਪਰਟੀਆਂ ਦੇ ਕਿਰਾਏ ਨੂੰ ਲੈ ਕੇ ਮਦਦ ਦਿੱਤੀ ਜਾਂਦੀ ਰਹੇਗੀ। ਤੇ ਇਸ ਸੰਬੰਧੀ ਜਦੋਂ ਐਲਾਨ ਕੀਤਾ ਗਿਆ ਤਾਂ ਇੱਥੇ ਵੀ ਕਿਹਾ ਗਿਆ ਕਿ ਇਸ ਐਕਟ ਨੂੰ ਇਸ ਕਰਕੇ ਲਾਗੂ ਕੀਤਾ ਗਿਆ ਹੈ ਤਾਂ ਕਿ ਜਿੰਨੇ ਲੈਂਡਲੋਰਡ ਯੋਗਤਾ ਰੱਖਦੇ ਹੋਏ ਵੀ ਇਸ ਵਾਸਤੇ ਅਪਲਾਈ ਨਹੀਂ ਕਰ ਰਹੇ ਪ੍ਰੋਗਰਾਮ ਵਾਸਤੇ ਤਾਂ ਉਹ ਅਪਲਾਈ ਕਰਨ, ਤਾਂ ਕਿ ਜੇ ਉਹਨਾਂ ਨੂੰ ਕਿਰਾਇਆ ਨਹੀਂ ਮਿਲ ਰਿਹਾ ਉਸ ਬਿਜ਼ਨਸ ਤੋਂ ਜੋ ਉਹਨਾਂ ਦੀ ਪ੍ਰਾਪਰਟੀ ਦੇ ਵਿੱਚ ਮੌਜੂਦ ਹੈ ਤਾਂ ਉਸ ਨੂੰ ਤੰਗ ਕਰਨ ਦੀ ਬਜਾਏ ਉਹ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਮਦਦ ਨੂੰ ਲੈ ਲੈਣ, ਜਿਸ ਦੇ ਵਿੱਚ ਕਿਰਾਏ 'ਚ ਮਦਦ ਕੀਤੀ ਜਾਵੇਗੀ ਤਾਂ ਕਿ ਉਸ ਦਾ ਬੋਝ ਕਿਰਾਏਦਾਰ ਦੇ ਉੱਤੇ ਨਾ ਪਵੇ। ਕੋਵਿਡ-19 ਦੇ ਕਰਕੇ ਜਿਹੜੇ ਵਪਾਰ ਪ੍ਰਭਾਵਿਤ ਹੋਏ ਨੇ ਉਸ ਕਰਕੇ ਵਪਾਰੀਆਂ ਨੂੰ ਜੋ ਨੁਕਸਾਨ ਹੋ ਰਿਹਾ ਹੈ ਉਸ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਵੀ ਪਰੇਸ਼ਾਨੀ ਉਹਨਾਂ ਨੂੰ ਕਾਫੀ ਜ਼ਿਆਦਾ ਆ ਰਹੀ ਹੈ। ਤੇ ਵਪਾਰੀਆਂ ਦੀ ਮਦਦ ਦੇ ਵਾਸਤੇ ਇਹ ਵੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਬਹੁਤ ਸਾਰੇ ਅਜਿਹੇ ਬਿਜ਼ਨਸ ਨੇ ਜੋ ਕਿਰਾਏ ਦੇ ਵਿੱਚ ਮਦਦ ਵਾਸਤੇ ਇਸ ਪ੍ਰੋਗਰਾਮ ਦੇ ਲਈ ਯੋਗਤਾ ਨਹੀਂ ਰੱਖਦੇ ਪਰ ਉਹਨਾਂ ਨੂੰ ਮਦਦ ਦੀ ਲੋੜ ਹੈਗੀ ਹੈ। ਜੋ ਛੋਟੇ ਬਿਜ਼ਨਸ ਨੇ ਉਹਨਾਂ ਦੇ ਵਿੱਚ ਗੱਲ ਕੀਤੀ ਗਈ, ਵੱਖੋ ਵੱਖਰੇ ਟੈਕਸ ਜੋ ਲਏ ਜਾਂਦੇ ਨੇ, ਕਿਸੇ ਵਿੱਚ ਛੋਟ ਦਿੱਤੀ ਗਈ ਹੈ, ਕਿਸੇ ਦੇ ਵਿੱਚ 25% ਤੱਕ ਦੀ ਛੋਟ ਦਿੱਤੀ ਗਈ ਹੈ ਤੇ ਵੱਖੋ ਵੱਖਰੇ ਟੈਕਸਾਂ ਦੇ ਵਿੱਚ ਛੋਟ ਦੇਣ ਦੇ ਬਾਰੇ ਵੀ ਜੋ ਐਲਾਨ ਕੀਤਾ ਗਿਆ। ਮਿਨਿਸਟਰ ਕੈਰੋਲ ਜੇਮਸ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਇਸ ਟੈਕਸ ਦੇ ਬਾਰੇ ਵੀ ਉਹ ਤੁਹਾਨੂੰ ਸੁਣਾਵਾਂਗੇ। ਤੇ ਇਹ ਦੋ ਵੱਖੋ ਵੱਖਰੇ ਐਲਾਨ ਨੇ ਜੋ ਇਸ ਮੌਕੇ ਕੀਤੇ ਗਏ ਨੇ ਤੇ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਸੂਬੇ ਦੇ ਵਿੱਚ ਬਹੁਤ ਜਲਦ ਮਾਹੌਲ ਨੂੰ ਆਮ ਵਰਗਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਰੋਨਾ ਵਾਇਰਸ ਦੇ ਮਾਮਲੇ ਵੀ ਸਾਹਮਣੇ ਨਾ ਆਉਣ ਤੇ ਬਿਜ਼ਨਸ ਵੀ ਜਿਹੜੇ ਚੱਲ ਪੈਣ ਤਾਂ ਕਿ ਆਰਥਿਕਤਾ ਨੂੰ ਵੀ ਨੁਕਸਾਨ ਨਾ ਹੋਵੇ ਤੇ ਨਾਲ ਹੀ ਸਿਹਤ ਸੰਬੰਧੀ ਵੀ ਸੁਰੱਖਿਅਤ ਮਾਹੌਲ ਪੈਦਾ ਕੀਤਾ ਜਾਵੇ ਤਾਂ ਕਿ ਬ੍ਰਿਟਿਸ਼ ਕੋਲੰਬੀਅਨਸ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਨੂੰ ਲੈ ਕੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਰੋਨਾ ਵਾਇਰਸ ਨੂੰ ਲੈ ਕੇ। ਤੇ ਇਸੇ ਦੇ ਉੱਤੇ ਐਲਾਨ ਕੀਤੇ ਗਏ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਹੁਣ ਸੁਣਾਉਂਦੇ ਹਾਂ। As you know, many BC businesses are eager to ramp up now that we're in the restart phase, and they're keen to get going now and throughout the summer. But we also know that many businesses have suffered serious losses as a result of COVID-19 and during this state of emergency. I want to express my appreciation to businesses for keeping people safe, and I also want to let businesses know that their government is here to support them with emergency relief measures and support them as our economy carefully and safely reopens. What I'm announcing today is about both emergency relief and putting small businesses in the best position we can for them to come back and participate in the restart. Last week, the federal government opened applications for the Canada Emergency Commercial Rent Assistance Program. It's a federally designed and delivered program that offers forgivable loans to commercial landlords who have tenants who've lost significant income during the pandemic, at least 70%. The launch of the federal program has been a welcome step for British Columbia. And I want to again express my appreciation to the many landlords who've stepped up to the plate, who've already applied for the federal program. In doing so, they're supporting their tenants and their livelihoods. And they're also benefiting our communities because those small businesses have assistance to be able to continue to operate. We're hearing so many positive stories. But we've also heard from some small businesses that they need us to help them to fill a gap that has left them unable to get the support that they need. There are landlords who have not applied
for the relief. And unless the landlord applies with the federal program, the program isn't available to small business tenants. So we're listening to small businesses, and we're taking action to strengthen the federal commercial rent program. I'm announcing today that if a business is eligible for the Canada Emergency Commercial Rent Assistance Program, but their landlord has not applied for that support, they are going to be protected from evictions under a new Emergency Program Act order. Preventing landlords who are eligible for the program from evicting tenants can encourage landlords to be able to apply for the program, which will then give some relief to businesses who've been hardest hit by the pandemic. This is for situations, again, where eligible landlords choose not to apply for the federal program. Their tenants are going to be protected from any evictions that are due to unpaid rent payments. This order restricts lease terminations, rent repayment lawsuits, and the repossession of small businesses' goods and property. This emergency order will be in place while the federal program is in place. So that currently goes until the end of June. If there's an expansion of the federal program, we will look at expansion of the order. This fills a gap in the federal program and is the latest step in our COVID-19 action plan. Aligning with the federal criteria, the eviction restrictions apply to businesses that have lost at least 70% of their revenue. Now, I recognize there are many more businesses that have closed or struggled through the pandemic. One single program isn't going to fit the variety of needs the businesses are facing. The federal program has other business supports and programs in place, and the province also introduced a variety of tax cuts, delays, and deferrals for businesses. That includes an average 25% reduction in property taxes, deferred tax payments for the employer's health tax, the PST, the hotel tax, the carbon tax, and several others until the end of September. So our response to support people and businesses in British Columbia is going to continue to evolve as the pandemic evolves and as we move into this restart and recovery stage. Dr. Bonnie Henry, Health Minister Adrian Dix, and Premier Horgan have been very clear. A phased approach is the best approach for people, businesses, and communities. It's also what we need to do to effectively restart our economy for the long term and build confidence for businesses in our province. I know we're all eager to see our province open up again. We're eager to rebuild, and I look forward to working together with the sectors to regrow BC's strong economy in the months ahead. Thank you so much, and I look forward to your questions. Question, Vaughn. I think you've identified that well, how there's still so many unknowns. We're now just moving into the restart. All of this still fits, the restart and the recovery, the $1.5 billion, all still fit within the $5 billion that was allocated in the legislature. So that's still within those dollars. But I think it's important to recognize as we go through the restart and into recovery that we will have to look at all of the deferrals that we've put in place and the other programs and services. Many of them have deadlines. We'll need to look at those deadlines. We will have a full update as we do our first quarterly. I think it's important to remember that we're still only 2 months. I know it feels like forever to everybody out there, but we in fact are only 2 months into the fiscal year, April and May. So there's still a lot of data that has to be collected. We need to see how the restart program is going and how people are opening up and whether they're rehiring before we look at additional programs and supports that may be needed. So the budget consultation for next year's budget will continue on. We kick that off today, and all of those budget presentations will be done online. Usually they're done often in person and online. They're going to be done online this time around. And it really is an opportunity for people because that will be a recovery budget. It will be moving out of our restart and into recovery. And so it's important to give the public an opportunity to say what their priorities are. What areas do they want us to take a look at for the upcoming budget? And so that'll be the process for the budget consultation. And then first quarterly report will give us an indication of where we are financially and fiscally in the province in the first quarter.
I'll start with the last question first. This is planned to be in place as long as the federal program is in place. So currently the federal program is 1 month, goes to the end of June. But again, if the federal program is extended, this order allows us to extend it to the federal program. So we'll be watching that one as we go along. Numbers wise, again, there's not a lot of data around how many businesses have applied yet. It's only been a week. But I have to say, certainly we've been hearing that a number of landlords have applied on behalf of their tenants. And that's obviously the best direction, as we want that relationship to be built. We know there are other businesses that actually have agreements with their tenants around rent deferral. So some of those are in place already. But I have to say, it's been an issue that has been raised by members on the Economic Task Force, the Premier's Economic Task Force. We've heard it from small businesses and from MLAs around the province that there are certainly some tenants who their landlords have been very clear that they don't want to bother, they don't want to take the time to apply for the federal program. And that then hurts the tenant, because the tenant doesn't have the opportunity to be able to have that relief to help them then be there through the restart and get their business going again. And so I expect that it will, I hope, make a difference in encouraging those landlords to apply now that they won't be able to evict those tenants. So we'll be watching those numbers as we go along. Well, as I said, very similar to this program, one program isn't going to fit all of the needs out there. And we certainly are aware that there are many, many workers who have provided incredible support over this last number of months. But we had to, in the limits of the program, take a look at how it was possible to implement the program. So it does include not-for-profits, many not-for-profits in this, as well as employees in the healthcare system, in the justice system, and in the community social services sector. So it won't be possible to cover off everyone. And we're certainly including in the private sector encouragement for businesses to provide support for low-wage workers through that route as well. But let's remember, again, the minimum wage went up, so we are putting supports in place for lowest paid workers in other ways and other supports. Come July, we will have an increase in the climate action support that will be coming to low and modest income families. That comes automatically. People won't need to apply for it. So that's another additional support that the province is putting in place for individuals and families, again, who are low and modest income. So we're trying to make sure that we fill the gaps in a variety of programs in a variety of different ways. ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।